प्यारे दर्शकों, प्रोग्राम आपो अपनी गल अधीन ਤੁਹਾਨੂੰ ਸਮੇਂ-ਸਮੇਂ ਅਸੀਂ ਦੇਸ਼ ਦੀਆਂ ਅਹਿਮ ਸ਼ਖਸੀਅਤਾਂ ਦੇ ਰੂਬਰੂ ਕਰਦੇ ਹਾਂ। ਇਸੇ ਹੀ ਸਿਲਸਿਲੇ ਨੂੰ ਅੱਜ ਅੱਗੇ ਵਧਾ ਰਹੇ ਹਾਂ ਤੇ ਅੱਜ ਅਜੀਤ ਵੈਬ ਟੀਵੀ ਦੇ ਸਟੂਡੀਓ ਵਿੱਚ ਸਾਡੇ ਨਾਲ ਹਾਜ਼ਰ ਹਨ ਭਾਰਤ ਦੇ ਸਾਬਕਾ ਕਾਨੂੰਨ ਮੰਤਰੀ ਤੇ ਸੁਪਰੀਮ ਕੋਰਟ ਦੇ ਉੱਘੇ ਐਡਵੋਕੇਟ ਸ਼੍ਰੀ ਅਸ਼ਵਨੀ ਕੁਮਾਰ ਜੀ। ਅਸ਼ਵਨੀ ਕੁਮਾਰ ਜੀ ਨਾ ਕੇਵਲ ਪੰਜਾਬ ਦੇ ਦੇਸ਼ ਦੇ ਉੱਘੇ ਸਿਆਸਤਦਾਨ ਹਨ, ਇਸ ਤੋਂ ਇਲਾਵਾ ਉਹ ਇੱਕ ਉੱਘੇ ਬੁੱਧੀਜੀਵੀ ਹਨ ਜਿਨ੍ਹਾਂ ਨੇ ਹੁਣ ਤੱਕ 2 ਕਿਤਾਬਾਂ ਲਿਖੀਆਂ ਤੇ ਦੇਸ਼ ਵਿਦੇਸ਼ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ 'ਚ ਜਾ ਕੇ ਉਹਨਾਂ ਨੇ ਭਾਸ਼ਣ ਦਿੱਤੇ ਹੈ। ਉਹ ਕਿਸੇ ਜਾਣਕਾਰੀ ਦੇ ਮੁਤਾਜ ਨਹੀਂ। ਅਸ਼ਵਨੀ ਕੁਮਾਰ ਜੀ, ਇਸ ਸਟੂਡੀਓ ਵਿੱਚ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਧੰਨਵਾਦ। ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਦਾ ਤੁਹਾਡੀ ਜਿਹੜੀ ਨਵੀਂ ਆਈ ਆ ਉਸ ਕਿਤਾਬ ਦੇ ਹਵਾਲੇ ਨਾਲ। ਅਸੀਂ ਕਿਤਾਬ ਲਿਖੀ ਆ ਹੋਪ ਇਨ ਏ ਚੈਲੰਜਡ ਡੈਮੋਕ੍ਰੇਸੀ ਐਂਡ ਇੰਡੀਅਨ ਨੈਰੇਟਿਵ। ਅਸ਼ਵਨੀ ਕੁਮਾਰ ਜੀ, ਤੁਹਾਡੇ ਤੋਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਇਸ ਕਿਤਾਬ ਵਿੱਚ ਕੀ ਕੁਝ ਤੁਸੀਂ ਲਿਖਿਆ, ਪਰ ਕਿਤਾਬ ਦੇ ਨਾਂ ਤੋਂ ਹੀ ਇਹ ਨਜ਼ਰ ਆ ਰਿਹਾ ਕਿ ਭਾਰਤੀ ਜਮਹੂਰੀਅਤ ਨੂੰ ਜਿਹੜੀਆਂ ਚੁਣੌਤੀਆਂ ਦਰਪੇਸ਼ ਆ ਉਹਨਾਂ ਦੀ ਤੁਸੀਂ ਗੱਲ ਕੀਤੀ ਆ। ਫਿਰ ਵੀ ਤੁਸੀਂ ਇਸ ਕਿਤਾਬ ਦੇ ਲੇਖਕ ਆ ਅਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਥੋੜ੍ਹਾ ਜਿਹਾ ਇਸ ਕਿਤਾਬ ਦੇ ਬਾਰੇ 'ਚ ਚਾਨਣਾ ਪਾਓ। ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਗੱਲ ਕਰਨ ਦਾ। ਮੈਂ ਸ਼ੁਰੂਆਤੀ ਸ਼ਬਦਾਂ 'ਚ ਇਹੀ ਦੱਸਣਾ ਚਾਹਾਂਗਾ ਕਿ ਜਿਸ ਵੇਲੇ ਮੈਂ ਪਿਛਲੇ ਸਾਲ ਰਾਜ ਸਭਾ ਵਿੱਚ ਆਪਣੇ 14 ਸਾਲ ਦਾ ਕੰਮਕਾਜ ਖਤਮ ਕੀਤਾ ਔਰ ਮੈਂ ਰਾਜ ਸਭਾ ਤੋਂ ਵਿਦਾ ਲਈ ਤਾਂ ਮੈਂ ਸੋਚਿਆ ਸੀ ਕਿ ਮੈਂ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ 14 ਸਾਲਾਂ ਦੇ ਵਿੱਚ ਕੀਤੇ ਗਏ ਕੰਮਾਂ ਦਾ, ਆਪਣੇ ਵਿਚਾਰਾਂ ਨੂੰ ਜਿਹੜੇ ਮੈਂ ਵਿਅਕਤ ਕੀਤੇ, ਭਾਵੇਂ ਉਹ ਪਾਰਲੀਮੈਂਟ ਵਿੱਚ ਹੋਣ ਜਾਂ ਲੇਖਾਂ ਦੁਆਰਾ ਹੋਣ, ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਦੇ ਸਾਹਮਣੇ ਪ੍ਰਸਤੁਤ ਕਰਾਂਗਾ। ਇਹ ਦੱਸਣ ਲਈ ਕਿ ਪਾਰਲੀਮੈਂਟ ਦੇ ਮੈਂਬਰ ਸਿਰਫ ਰੌਲਾ ਹੀ ਨਹੀਂ ਪਾਉਂਦੇ, ਪਾਰਲੀਮੈਂਟ ਵਿੱਚ ਵੀ ਗੰਭੀਰ ਸਮੱਸਿਆਵਾਂ ਦੇ ਉੱਪਰ ਸਮੇਂ-ਸਮੇਂ 'ਤੇ ਅਧਿਐਨ ਕਰਕੇ ਆਪਣੀ ਗੱਲ ਰੱਖਦੇ ਨੇ ਔਰ ਲੋਕਾਂ ਦੇ ਸਾਹਮਣੇ ਆਪਣੇ ਵਿਚਾਰਾਂ ਦੀ ਵਿਆਖਿਆ ਕਰਦੇ ਨੇ। ਇਸ ਕਿਤਾਬ ਵਿੱਚ ਮੈਂ ਉਹਨਾਂ ਅਹਿਮ ਔਰ ਜਵਲੰਤ ਮੁੱਦਿਆਂ ਦੇ ਮੁਤਲਕ ਗੱਲ ਕੀਤੀ ਹੈ ਜਿਹੜੀ ਕਈ ਸਾਲਾਂ ਤੋਂ ਦੇਸ਼ ਲਈ ਚੁਣੌਤੀ ਬਣੇ ਹੋਏ ਨੇ ਔਰ ਅੱਜ ਵੀ ਚੁਣੌਤੀ ਹਨ ਔਰ ਆਉਣ ਵਾਲੇ ਸਮੇਂ ਵਿੱਚ ਵੀ ਚੁਣੌਤੀ ਬਣੇ ਰਹਿਣਗੇ। ਠੀਕ ਹੈ। ਔਰ ਮੈਂ ਇਹ ਦੱਸਣਾ ਚਾਹਾਂਗਾ ਤੁਹਾਡੇ ਦਰਸ਼ਕਾਂ ਨੂੰ ਕਿ ਆਜ਼ਾਦ ਹਿੰਦੁਸਤਾਨ ਦੀ ਜੇ ਕੋਈ ਸਭ ਤੋਂ ਵੱਡੀ ਉਪਲਬਧੀ ਹੈ ਤੇ ਉਹ ਸਾਡਾ ਲੋਕਤੰਤਰ ਔਰ ਸਾਡਾ ਪ੍ਰਜਾਤੰਤਰ ਹੈ। ਠੀਕ ਹੈ। ਮਗਰ ਇਸ ਲੋਕਤੰਤਰ ਔਰ ਪ੍ਰਜਾਤੰਤਰ ਨੂੰ ਜੇ ਅਸੀਂ ਬਹਾਲ ਰੱਖਣਾ ਹੈ, ਇਹਨੂੰ ਮਜ਼ਬੂਤ ਰੱਖਣਾ ਹੈ ਔਰ ਅੱਗੇ ਵਧਾਉਣਾ ਹੈ ਤੇ ਸਭ ਤੋਂ ਜ਼ਰੂਰੀ ਇਹ ਵੇ ਕਿ ਸਾਨੂੰ ਇਹ ਪਹਿਚਾਨਣਾ ਪਵੇਗਾ ਔਰ ਇਹ ਮੰਨਣਾ ਪਵੇਗਾ ਕਿ ਸਾਡੇ ਲੋਕਤੰਤਰ ਦੇ ਉੱਪਰ ਕਈ ਪ੍ਰਸ਼ਨ ਚਿੰਨ੍ਹ ਖੜੇ ਹੋ ਗਏ ਨੇ। ਠੀਕ ਹੈ। ਜਿਸ ਲੋਕਤੰਤਰ ਵਿੱਚ ਮਨੁੱਖੀ ਅਧਿਕਾਰਾਂ ਦਾ ਰੋਜ਼ ਹਨਨ ਹੋਵੇ, ਜਿਸ ਲੋਕਤੰਤਰ ਵਿੱਚ ਆਪਸੀ ਆਤਮ ਸਨਮਾਨ ਦੀ ਕਿਸੇ ਨੂੰ ਕੋਈ ਗਰੰਟੀ ਨਾ ਹੋਵੇ, ਜਿਸ ਲੋਕਤੰਤਰ ਵਿੱਚ ਮੀਡੀਆ ਦੇ ਰਾਹੀਂ ਟਰਾਇਲ ਹੋਣ, ਜਿਸ ਲੋਕਤੰਤਰ ਵਿੱਚ ਪਾਰਲੀਮੈਂਟ ਦੀ ਸਾਖ ਘਟ ਰਹੀ ਹੋਵੇ ਔਰ ਸੁਪਰੀਮ ਕੋਰਟ ਔਰ ਹੋਰ ਕਾਰਜਪਾਲਿਕਾ ਦੀ ਜਿਹੜੀ ਤਾਕਤ ਹੈ ਉਹ ਵੱਧਦੀ ਹੋਵੇ, ਜਿਸ ਲੋਕਤੰਤਰ ਵਿੱਚ ਸੰਵਿਧਾਨਿਕ ਸੰਤੁਲਨ ਜਿਹੜਾ ਸੰਵਿਧਾਨਿਕ ਇੰਸਟੀਟਿਊਸ਼ਨ ਦੇ ਦਰਮਿਆਨ ਹੁੰਦਾ ਹੈ ਉਹ ਡਗਮਗਾ ਜਾਵੇ, ਇਹ ਇੱਕ ਵੱਡੀ ਚੁਣੌਤੀ ਹੈ। ਔਰ ਇਹਨਾਂ ਚੁਣੌਤੀਆਂ ਨੂੰ ਜਦ ਤੱਕ ਅਸੀਂ ਸਵੀਕਾਰ ਨਹੀਂ ਕਰਾਂਗੇ ਤਦ ਤੱਕ ਅਸੀਂ ਆਪਣੇ ਮੁਲਕ ਨੂੰ ਡੈਮੋਕ੍ਰੈਟਿਕ ਰਸਤੇ ਦੇ ਉੱਪਰ, ਲੋਕਤਾਂਤਰਿਕ ਰਸਤੇ ਦੇ ਉੱਪਰ ਅੱਗੇ ਨਹੀਂ ਵਧਾ ਪਾਵਾਂਗੇ। ਮੈਨੂੰ ਕਈ ਸਵਾਲ ਪੁੱਛੇ ਜਾਂਦੇ ਨੇ ਕਿ ਇਹਦਾ ਰਾਹ ਕੀ ਹੈ। ਮੇਰੇ ਕੋਲ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਕਿ ਮੈਂ ਇਹ ਕਹਿਦਾ ਕਿ ਸਾਰੀ ਕੁਰੀਤੀਆਂ ਨੂੰ ਅਸੀਂ ਕੱਲ੍ਹ ਜਾਂ ਪਰਸੋਂ ਦੂਰ ਕਰ ਦੇਵਾਂਗੇ, ਮਗਰ ਸ਼ੁਰੂਆਤੀ ਦੌਰ ਵਿੱਚ ਪੋਲੀਟੀਕਲ ਪਾਰਟੀਜ਼ ਦੇ ਨੇਤਾਵਾਂ ਨੂੰ ਇਕਜੁੱਟ ਹੋ ਕੇ ਇੱਕ ਸੰਕਲਪ ਲੈਣਾ ਪਵੇਗਾ, ਇੱਕ ਪ੍ਰਣ ਕਰਨਾ ਪਵੇਗਾ ਕਿ ਅਸੀਂ ਪੋਲੀਟੀਕਲ ਸਿਸਟਮ ਦੀ ਕ੍ਰੈਡੀਬਿਲਿਟੀ ਨੂੰ ਤਬਾਹ ਨਹੀਂ ਕਰਾਂਗੇ, ਉਹਦੀ ਵਿਸ਼ਵਸਨੀयता ਨੂੰ ਤਬਾਹ ਨਹੀਂ ਕਰਾਂਗੇ। ਇੱਕ ਦੂਸਰੇ ਦੇ ਖਿਲਾਫ ਬੇਬੁਨਿਆਦ ਆਰੋਪ ਔਰ ਪ੍ਰਤਿਆਰੋਪ, ਆਕਸ਼ੇਪ ਦੀ ਰਾਜਨੀਤੀ ਕਰਕੇ ਪਿਛਲੇ ਕਈ ਸਾਲਾਂ ਤੋਂ ਪੋਲੀਟੀਕਲ ਪਾਰਟੀਆਂ ਨੇ ਹੀ ਪੋਲੀਟੀਕਲ ਸਾਖ ਪੋਲੀਟੀਕਲ ਪਾਰਟੀਆਂ ਦੀ ਗਵਾ ਦਿੱਤੀ। ਉਹਦਾ ਨਤੀਜਾ ਇਹ ਹੋਇਆ ਕਿ ਜਿਹੜਾ ਸੰਤੁਲਨ ਸੀ ਦੇਸ਼ ਦੇ ਵਿੱਚ ਉਹ ਵਿਗੜ ਗਿਆ ਹੈ। ਸੋ ਮੈਂ ਸਮਝਦਾ ਕਿ ਇਹ ਕਈ ਮੁੱਦਿਆਂ ਦੇ ਉੱਪਰ ਮੈਂ ਜ਼ਿਕਰ ਕੀਤਾ ਔਰ ਮੈਂ ਖਾਸ ਤੌਰ 'ਤੇ ਲੀਡਰਸ਼ਿਪ ਦੀ ਗੱਲ ਕੀਤੀ ਹੈ ਕਿ ਕਿਸੇ ਵੀ ਲੋਕਤੰਤਰ ਦੀ ਕੁਆਲਿਟੀ ਜਾਂ ਉਹਦੀ ਵਿਸ਼ਵਸਨੀयता ਉਹਦੇ ਉਸ ਲੋਕਤੰਤਰ ਦੇ ਨੇਤਰਤਵ ਦੇ ਉੱਪਰ ਨਿਰਭਰ ਕਰਦੀ ਹੈ। ਔਰ ਲੋਕਤੰਤਰ ਕਿਸ ਤਰ੍ਹਾਂ ਦੇ ਨੇਤਾਵਾਂ ਨੂੰ ਅੱਗੇ ਲੈ ਕੇ ਆਉਂਦਾ ਹੈ, ਇਹ ਲੋਕਤੰਤਰ ਦੀ ਆਪਣੀ ਇੱਕ ਲੋਕਤੰਤਰ ਦੀ ਪਹਿਚਾਣ ਦਾ ਇੱਕ ਮਿਆਰ ਹੈ। ਸੋ ਉਹ ਪਹਿਲੇ ਚੰਗੇ ਲੀਡਰ ਆਉਣ ਫਿਰ ਚੰਗਾ ਲੋਕਤੰਤਰ ਬਣੇ ਜਾਂ ਲੋਕਤੰਤਰ ਚੰਗਾ ਹੋਏ ਤਾਂ ਚੰਗੇ ਲੀਡਰ ਆਉਣ, ਇਸ ਡਿਬੇਟ ਇਸ ਨਾ ਪੈਂਦਿਆਂ ਹੋਇਆ
साडी ਲਈ ਇਹ ਅਨਿਵਾर्य ਹੈ ਕਿ ਸਾਰੇ ਪੋਲੀਟੀਕਲ ਪਾਰਟੀਆਂ ਇਹ फैसला ਕਰਨ कि सब तो ज़्यादा पढ़े लिखे ईमानदार शिक्षित और लोक सेवा नूं सही मायने में समर्पित नेतावां नूं अगे लैके आन। इस तो इलावा जनता नूं यह चाहिए कि वो मर्यादावां नूं और वैल्यूज़ नूं जे मूल ने साडे देश दी आस्थावां ने उन्हां तो दरकिनार होकर सियासत ना करन। ये गल्लां अज कोई नहीं कर रहा। चुनावी अखाड़े दे विच भावें पर्यावरण दा मुद्दा है, गरीब और अमीर दे विच वड्डदी खाई का मुद्दा है, भावें ਇਹ ਜਿਹੜੇ बुनियादी मुद्दे मीडिया का मुद्दा कह देवां या संतुलन का मुद्दा कह देवां या मैं होर मुद्दे ਜਿਹੜੀ समाज ਦੇ ਵਿੱਚ संवेदनशीलता ਦਾ ਘਟਦਾ ਹੋਇਆ ਮੁੱਦਾ ਕਿ ਗਰੀਬ ਦੇ ਪ੍ਰਤੀ ਕਿਸੇ ਨੂੰ ਦਇਆ ਨਹੀਂ, ਕਿਸੇ ਨੂੰ ਕਰੁਣਾ ਨਹੀਂ, ਇਹ ਜਿਹੜੇ ਸੰਸਕਾਰਾਂ ਦੇ ਵਿੱਚ ਕਮੀ ਆ ਰਹੀ ਹੈ, ਇਹ ਸਭ ਤੋਂ ਵੱਡੀ ਚੁਣੌਤੀ ਹੈ ਨਾ ਕੇਵਲ ਲੋਕਤੰਤਰ ਲਈ ਮਗਰ ਹਿੰਦੁਸਤਾਨੀ ਸਮਾਜ ਲਈ। ਮਗਰ ਬਦਕਿਸਮਤੀ ਦੇ ਨਾਲ ਕਿਸੇ ਪਾਰਟੀ ਦੇ ਕਿਸੇ ਵੱਡੇ ਨੇਤਾ ਨੇ ਚੁਣਾਵੀ ਰਣਨੀਤੀ ਦੇ ਵਿੱਚ ਇਹ ਮੁੱਦਿਆਂ ਨੂੰ ਉਭਾਰਿਆ ਨਹੀਂ, ਮਗਰ ਇੱਕ ਦੂਸਰੇ ਦੇ ਖਿਲਾਫ ਗਾਲ ਗਲੌਜ, ਇੱਕ ਦੂਸਰੇ ਦੇ ਖਿਲਾਫ ਛੀਂਟਾਕਸ਼ੀ, ਇਹ ਸਾਡੀ ਰਾਜਨੀਤੀ ਦੀ ਪਹਿਚਾਨ ਬਣ ਗਈ ਹੈ। ਔਰ ਮੈਂ ਇੱਕ ਪੋਲੀਟੀਸ਼ੀਅਨ ਹੋਣ ਦੇ ਨਾਤੇ ਆਪਣੇ ਆਪ ਨੂੰ ਬਹੁਤ ਦੁਖੀ ਮਹਿਸੂਸ ਕਰਨਾ ਕਿ ਲੋਕ ਅੱਜ ਸਿਆਸਤਦਾਨਾਂ ਨੂੰ ਚੰਗੀ ਨਜ਼ਰ ਨਾਲ ਨਹੀਂ ਦੇਖ ਰਹੇ। ਕਿਸੇ ਨੂੰ ਗਾਲ ਦੇਣੀ ਹੋਏ ਤਾਂ ਉਹਨੂੰ ਕਹਿ ਦਿੱਤਾ ਜਾਂਦਾ ਵੀ ਤੂੰ ਤਾਂ ਪੋਲੀਟੀਸ਼ੀਅਨ ਹੈਗਾ। ਇਸ ਸਥਿਤੀ ਨੂੰ ਬਦਲਣਾ ਪਏਗਾ। ਠੀਕ ਹੈ ਅਸ਼ਵਨੀ ਕੁਮਾਰ ਜੀ, 3-4 ਦਹਾਕੇ ਤੋਂ ਪੰਜਾਬ ਦੀ ਤੇ ਦੇਸ਼ ਦੀ ਰਾਜਨੀਤੀ ਨੂੰ ਪੱਤਰਕਾਰ ਵਜੋਂ ਮੈਂ ਵੇਖਦਾ ਆਇਆ। ਸ਼ੁਰੂ ਵਿੱਚ ਮੇਰਾ ਵਿਸ਼ਵਾਸ ਸੀਗਾ ਕਿ ਜਿਵੇਂ ਜਿਵੇਂ ਚੋਣਾਂ ਹੋਣਗੀਆਂ, ਵਿਧਾਨ ਸਭਾਵਾਂ ਦੀਆਂ, ਲੋਕ ਸਭਾ ਦੀਆਂ ਚੋਣਾਂ ਹੋਣਗੀਆਂ, ਸਾਡਾ ਜਮਹੂਰੀ ਅਮਲ ਹੈ ਜਿਹੜਾ ਉਹ ਮਜ਼ਬੂਤ ਹੋਏਗਾ, ਉਸੇ ਤਰ੍ਹਾਂ ਲੋਕਾਂ ਦੀ ਚੇਤਨਾ ਵਧੇਗੀ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦਾ ਵੀ ਬੌਧਿਕ ਵਿਕਾਸ ਹੋਏਗਾ, ਉਹਨਾਂ ਦੀ ਵੀ ਚੇਤਨਾ ਵਧੇਗੀ ਅਤੇ ਸ਼ੁਰੂ ਵਿੱਚ ਜਿਹੜੀਆਂ ਸਾਡੀ ਜਮਹੂਰੀਅਤ ਦੀਆਂ ਸਮੱਸਿਆਵਾਂ, ਕਮਜ਼ੋਰੀਆਂ, ਬੁਰਾਈਆਂ ਉਹ ਹੌਲੀ ਹੌਲੀ ਦੂਰ ਹੁੰਦੀਆਂ ਚਲੀਆਂ ਜਾਣਗੀਆਂ। ਸਿੱਖਿਆ ਜਿਹੜੀ ਆ ਜਿੱਦਾਂ ਜਿੱਦਾਂ ਨਾਲ ਸਿੱਖਿਆ ਦਾ ਫਲਾਹ ਹੋਏਗਾ। ਪਰ ਹੁਣ ਮੈਂ ਮਹਿਸੂਸ ਕਰ ਰਿਹਾ, ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਸਮੇਂ ਦੇ ਬੀਤਣ ਨਾਲ ਸਾਡੀਆਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਆਗੂ ਆ, ਚਾਹੇ ਪਾਰਟੀ ਕੋਈ ਏ ਹੋਵੇ, ਬੀ ਹੋਵੇ, ਸੀ ਹੋਵੇ, ਉਹਨਾਂ ਦਾ ਬੌਧਿਕ ਮਿਆਰ ਵੀ ਹੇਠਾਂ ਆ ਅਤੇ ਉਹਨਾਂ ਦੀ ਜਿਹੜੀ ਕਾਰਜਸ਼ੈਲੀ ਆ, ਕਹਿਣੀ ਅਤੇ ਕਥਨੀ ਦਾ ਜਿਹੜਾ ਪਾੜਾ ਉਹ ਵੀ ਵਧਿਆ ਅਤੇ ਵਾਅਦੇ ਵੀ ਇਸ ਤਰ੍ਹਾਂ ਦੇ ਕੀਤੇ ਜਾਂਦੇ ਆ ਜਿਹੜੇ ਕਦੇ ਪੂਰੇ ਨਹੀਂ ਹੋ ਸਕਦੇ। ਲੋਕਾਂ ਦੀਆਂ ਜਿਹੜੀਆਂ ਖਾਹਿਸ਼ਾਂ ਇੰਨੀਆਂ ਵਧਾ ਦਿੱਤੀਆਂ ਜਾਂਦੀਆਂ ਔਰ ਮੈਨੂੰ ਤਾਂ ਇੱਦਾਂ ਲੱਗਦਾ ਕਈ ਵਾਰ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਬਹੁਤ ਵੱਡੇ ਵੱਡੇ ਸੁਪਨੇ ਦਿਖਾ ਕੇ, ਅਤੇ ਜਦੋਂ ਚੋਣਾਂ ਪਾਰਟੀਆਂ ਜਿੱਤ ਲੈਣੀਆਂ ਉਹ ਸੁਪਨੇ ਪੂਰੇ ਨਹੀਂ ਹੁੰਦੇ ਅਤੇ ਲੋਕਾਂ 'ਚ ਨਿਰਾਸ਼ਾ ਫੈਲਦੀ ਹੈ। ਮੈਨੂੰ ਲੱਗਦਾ ਕਿ ਅੱਜ ਜਮਹੂਰੀਅਤ ਜਿਹੜੀ ਆ, ਅੱਜ ਜਿਹੜੇ 70 ਸਾਲਾਂ ਤੋਂ ਬਾਅਦ ਜਮਹੂਰੀਅਤ ਜੋ ਵਿਸ਼ਵਾਸਯੋਗਤਾ ਆਉਣੀ ਚਾਹੀਦੀ ਸੀ, ਜਮਹੂਰੀਅਤ ਦੀਆਂ ਜੋ ਕਮੀਆਂ ਕਮਜ਼ੋਰੀਆਂ ਦੂਰ ਹੋਣੀਆਂ ਚਾਹੀਦੀਆਂ ਸੀ, ਉਹ ਹੋ ਨਹੀਂ ਸਕੀਆਂ। ਇਹਦੇ ਬਾਰੇ ਤੁਸੀਂ ਕੀ ਸੋਚਦੇ ਆ, ਇਹਦਾ ਇਹ ਅਜਿਹਾ ਕਿਉਂ ਹੋਇਆ? ਇਹ ਬੜੀ ਬਦਕਿਸਮਤੀ ਹੈ ਕਿ ਲੋਕ ਲੁਭਾਵਨ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਝੂਠੇ ਵਾਅਦੇ ਜਿਹੜੀ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ ਔਰ ਜਾਣਦਿਆਂ ਹੋਇਆਂ ਕਰਦੀਆਂ ਨੇ ਕਿ ਇਹ ਵਾਅਦੇ ਪੂਰੇ ਨਹੀਂ ਹੋ ਸਕਦੇ। ਇਹਦੇ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ ਔਰ ਬਿਲਕੁਲ ਵਾਜਿਬ ਕਿਹਾ ਔਰ ਠੀਕ ਕਿਹਾ ਕਿ ਆਮ ਲੋਕਾਂ ਦੇ ਵਿੱਚ ਪੋਲੀਟੀਕਲ ਸਿਸਟਮ ਦੇ ਵਿੱਚ ਜਿਹੜੀ ਆਸਥਾ ਹੋਣੀ ਚਾਹੀਦੀ ਸੀ ਉਹ ਆਸਥਾ ਘਟਦੀ ਚਲੀ ਜਾ ਰਹੀ ਹੈ। ਇਹ ਸਾਰੇ ਕਾਰਨਾਂ ਦੇ ਕਰਕੇ ਹੀ ਅਸੀਂ ਉਸ ਦੌਰ ਵਿੱਚ ਪਹੁੰਚ ਗਏ ਹਾਂ ਜਿਸ ਵੇਲੇ ਚੰਗੇ ਲੋਕ ਰਾਜਨੀਤੀ ਵਿੱਚ ਨਹੀਂ ਆ ਰਹੇ। ਔਰ ਪੈਰੀਕਲਸ ਜਿਹੜੇ ਬਹੁਤ ਵੱਡੇ ਫਿਲਾਸਫਰ ਹੋਏ ਨੇ, ਉਹਨਾਂ ਨੇ ਕਿਹਾ ਸੀ ਕਿ ਲੋਕ ਸੇਵਾ ਦੇ ਵਿੱਚ ਉਹਨਾਂ ਲੋਕਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ, ਪਬਲਿਕ ਸਰਵਿਸਿਜ਼ ਦੇ ਵਿੱਚ, ਪਬਲਿਕ ਲਾਈਫ ਵਿੱਚ ਉਹ ਲੋਕ ਅੱਗੇ ਆਉਣ ਜਿਹੜੇ ਹਰ ਤਰ੍ਹਾਂ ਦੇ ਨਾਲ ਸਸ਼ਕਤ ਹੋਣ, ਸક્ષਮ ਹੋਣ, ਸਿਆਣੇ ਹੋਣ, ਇਮਾਨਦਾਰ ਹੋਣ ਔਰ ਲੋਕ ਸੇਵਾ ਨੂੰ ਸਮਰਪਿਤ ਹੋਣ। ਉਹ ਹੋਣ ਦੇ ਬਜਾਏ ਹੁਣ ਜਿਹੜਾ ਮਾੜਾ ਅਨਸਰ ਹੈ ਉਹ ਸਿਆਸਤ ਵਿੱਚ ਆ ਰਿਹਾ ਹੈ, ਕਿਉਂਕਿ ਹੁਣ ਕੋਈ ਲਕਸ਼ਮਣ ਰੇਖਾ ਨਹੀਂ ਰਹਿ ਗਈ, ਕੋਈ ਜਿਹਨੂੰ ਕਹਿੰਦੇ ਨੇ ਕਿ ਕੋਈ ਹੁਣ ਬਾਂਧ ਨਹੀਂ ਰਹਿ ਗਏ ਜਿਹੜੇ ਬਾਂਧਾਂ ਨੂੰ ਆਪਾਂ ਲਾਂਘਣਾ ਨਹੀਂ। ਜਿਸ ਵੇਲੇ ਕਿਸੇ ਵੀ ਸਮਾਜ ਵਿੱਚ, ਕਿਸੇ ਵੀ ਪੇਸ਼ੇ ਵਿੱਚ ਕੋਈ ਲਕਸ਼ਮਣ ਰੇਖਾ ਨਾ ਰਹਿ ਜਾਏ ਔਰ ਸਭ ਨੂੰ ਇਹ ਇਜਾਜ਼ਤ ਹੋਵੇ ਕਿ ਕਿਸੇ ਦੀ ਪੱਗ ਦੇ ਉੱਤੇ ਹੱਥ ਪਾ ਲਓ, ਕਿਸੇ ਦੇ ਨਾਲ ਠੱਗੀ ਮਾਰ ਲਓ, ਕਿਸੇ ਦੇ ਨਾਲ ਲੁੱਟ ਖਸੁੱਟ ਕਰ ਲਓ, ਔਰ ਮਗਰ ਸਿਰਫ ਇੱਕੋ ਚੀਜ਼ ਹੋਣੀ ਚਾਹੀਦੀ ਹੈ ਕਿ ਅਸੀਂ ਅੰਤ ਵਿੱਚ ਸੱਤਾ ਵਿੱਚ ਕਾਬਜ਼ ਹੋ ਜਾਈਏ। ਉਸ ਤਰ੍ਹਾਂ ਦੀ ਸਿਆਸਤ ਇਸ ਦੇਸ਼ ਲਈ ਕਿਸੇ ਵੀ ਤਰ੍ਹਾਂ ਮਾਫੂਕ ਨਹੀਂ। ਅਸ਼ਵਨੀ ਕੁਮਾਰ ਜੀ, ਇਹ ਜਿਹੜਾ ਸਿਲਸਿਲਾ ਚੱਲ ਰਿਹਾ ਜਾਂ ਜਿਸ ਤਰ੍ਹਾਂ ਦਾ ਪਤਨ ਸਿਆਸਤ ਦਾ ਸ਼ੁਰੂ ਹੋਇਆ, ਨੈਤਿਕ ਕਦਰਾਂ ਕੀਮਤਾਂ ਦਾ ਪਤਨ ਸ਼ੁਰੂ ਹੋਇਆ, ਇਹਨੂੰ ਕਿਸ ਤਰ੍ਹਾਂ, ਇਸ ਰੁਝਾਨ ਨੂੰ ਰੋਕਿਆ ਕਿਸ ਤਰ੍ਹਾਂ ਜਾ ਸਕੇਗਾ? ਸਾਨੂੰ ਅਲਾਮਾ ਇਕਬਾਲ ਦੇ ਉਸ ਸ਼ੇਰ
ਨੂੰ ਬਾਰ-ਬਾਰ ਪੜ੍ਹਨਾ ਚਾਹੀਦਾ ਹੈ, ਜਿਹਦੇ ਵਿੱਚ ਉਹਨਾਂ ਨੇ ਲੀਡਰਸ਼ਿਪ ਨੂੰ ਪਰਿਭਾਸ਼ਿਤ ਕੀਤਾ ਹੈ, ਲੀਡਰਸ਼ਿਪ ਦੀ ਵਿਆਖਿਆ ਕੀਤੀ ਹੈ। ਉਹਨਾਂ ਨੇ ਲਿਖਿਆ ਸੀ, ਨਿਗਾਹ ਬੁਲੰਦ ਸੁਖਨ ਦਿਲ नवाज जां पुरसोज यही है रखते सफ़र मीर कारवां के लिए। मतलब है कि दूरदर्शिता, बोलन इच मिठास, लोकां ने दिलां नूं जितन दी शक्ति और दम, अपनी गल नूं करान दा दम, ये जिहड़े 4-5 क्वालिटीज़ ने, यही लीडरशिप दी पहचान है। सानू इहो जे लीडरां नूं पालना चाहिए। 125 करोड़ की आबादी विच ये मुश्किल कम नहीं कि असी 5000 10,000 इहो जे लोकां नूं लभीए, मगर साडी शिक्षा, साडा समाजिक आचरण, समाजी कीमतां कदरां, घरेलू कीमतां कदरां, इन्हां विच पतन आ रहा है। दौलत और सत्ता, ये दो चीज़ां इंसान की पहचान बन के रह गई ने। शिक्षा और नैतिक करैक्टर ये हुण पहचान नहीं है। जब तक सिरे तो असी अपनी शिक्षा नीति, घरां दा आचरण और समाजी आचरण नूं ठीक नहीं करांगे, लीडरशिप भी ठीक नहीं होएगी, सारी सियासत भी ठीक नहीं होएगी। मैं एक उदाहरण देना चाहना। तुसीं पिछले दिन अखबारां 'च पढ़िया होएगा कि उड़ीसा दे विच 3 यंग लड़कियां नूं अपनी बजुर्ग माँ दे क्रियाक्रम लई किसी ने लक्कड़ नहीं दिती। उन्हां नूं अपने छत नूं ढा के छत दे बालियां तो अपनी माँ का संस्कार करना पिया। ये अशोका दा या बुद्धा दा हिंदुस्तान नहीं हो सकता, ये गांधी दा हिंदुस्तान नहीं हो सकता। जिथे कोई करुणा नहीं, जिस समाज इस कोई भावना नहीं, वो समाज कभी भी तरक्की नहीं कर सकता। लोकतंत्र ते एक बन्ने असी पहली सीढ़ी भी जिन्हों कहते हैं कि मानवता की सीढ़ी ते भी नहीं चढ़ सकांगे। ठीक है जी। अश्विनी कुमार जी, देश के अंदर श्री नरेंद्र मोदी की अगवाई च सरकार बनया 2.5-3 साल हो गए। हुण कांग्रेस पार्टी विरोधी पार्टी का रोल अदा कर रही है। इस वेले दे भावें कि भारतीय जनता पार्टी की बड़ी चढ़त है, उत्तर प्रदेश उन्होंने बड़ी वड्डी जित मिली है, पर देश के जिहड़े संजीदा लोग आ, बुद्धिजीवी है, और जिहड़े सही अर्थां जमहूरीयत यकीन रखते हैं, सही अर्थां धर्म निरपक्षता च यकीन रखते हैं, सही अर्थां च सारे लोगों के दरम्यान प्यार ते सद्भावना चाहुंदे आ, उन्हां लोकां च एक चिंता पैदा हो रही है कि जदों दी ये सरकार सत्ता विच आई आ, घट गिणतियां ते हमले वधे आ, विचार प्रगट करन दी आज़ादी आ जिहड़ी वो घटी है, एक हौली हौली एक दहशत दा माहौल जिहड़ा बनदा जा रहा। इस संदर्भ च तुसीं की महसूस करते हैं कि ये जिहड़ा इस तरह का रुझान जिहड़ा प्रगट हो रहा, जिहदे च बहुत सारे समाज विरोधी ग्रुप जिहड़े आ गऊ रखिया दे नां ते दूजे नागरिकां ते हमले करते हैं, उन्होंने कुट के मार देंदे आ, जां कोई मझां भी लैके जांदा उहदा भी कटापा किया जांदा, मझां लुट लियां जांदियां। इस तरह दीयां चीज़ां जिहड़ियां पाकिस्तान च असीं सुणी दियां सीगियां, धर्म के नां ते वापरदियां, जां ईश निंदिया दा जिहड़ा कानून है उहदे नां ते वापरदियां, जो घट गिणतियां दा उत्थे बुरा हाल हुंदा, उस तरह का बुरा हाल इत्थे होना शुरू हो गया। इस संदर्भ च तुहाडे की विचार है? मैं समझदा कि ਜਿਹੜੇ बिंदु तुसीं चुके ने बिल्कुल जायज़ बिंदु ने, और मैं ਇਹ ਗੱਲ यकीन करना कि पिछले 2.5-3 ਸਾਲਾਂ ਦੇ ਵਿੱਚ आम शहरियां ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਕਿਸੇ ਦੀ ਕੀਮਤਾਂ और ਕਦਰਾਂ, ਕਿਸੇ ਦੀ ਮਨੁੱਖੀ ਅਧਿਕਾਰ ਉਹ ਪੂਰੀ ਤਰ੍ਹਾਂ ਸੁਰੱਖਿਅਤ ਦੇਸ਼ ਵਿੱਚ ਨਹੀਂ ਨੇ। ਇਹਦਾ ਜ਼ਿੰਮੇਵਾਰ ਕੌਣ ਹੈ, ਇਹਦੀ ਵਿਆਖਿਆ ਅਸੀਂ ਅਲੱਗ ਸਮੇਂ ਕਰ ਸਕਦੇ ਹਾਂ, ਮਗਰ ਇਹਦੇ 'ਚ ਕੋਈ ਦੋ ਰਾਏ ਨਹੀਂ कि जब तो भारतीय जनता पार्टी की सरकार सेंटर काबज हुई है, एक धारणा बन गई है कि ਜਿਹੜੇ ਬਹੁਮੂਲਵਾਦ ਵਿੱਚ ਜਾਂ ਬਹੁਮਤਵਾਦ ਵਿੱਚ ਯਕੀਨ ਕਰਦੇ ਨੇ ਉਹ ਇੱਕ ਵਿਚਾਰਧਾਰਾ ਨੂੰ ਲੋਕਾਂ ਦੇ ਉੱਪਰ ਥੋਪਣਾ ਚਾਹੁੰਦੇ ਨੇ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਨੇ ਇਹ ਕਿਹਾ ਕਿ ਉਹਨਾਂ ਦੀ ਸਰਕਾਰ ਦੀ ਮਨਸ਼ਾ ਨਹੀਂ, ਮਗਰ ਇਹ ਜ਼ਿੰਮੇਵਾਰੀ ਵੀ ਉਹਨਾਂ ਦੀ ਬਣਦੀ ਹੈ ਕਿ ਜਿਹੜੇ ਇਹੋ ਜਿਹੇ ਤੱਤਵ ਨੇ ਜੋ ਦੇਸ਼ ਨੂੰ ਇਸ ਮੋੜ ਤੇ ਲਿਜਾ ਰਹੇ ਨੇ ਉਹਨਾਂ ਨੂੰ ਨਕੇਲ ਪਾਣ। ਮਗਰ ਆਪੋਜੀਸ਼ਨ ਪਾਰਟੀਜ਼ ਦਾ ਰੋਲ ਅੱਜ ਬਹੁਤ ਅਹਿਮ ਹੈ। ਉਹ ਇਸ ਕਰਕੇ ਅਹਿਮ ਹੈ ਕਿ ਜਿਸ ਵੇਲੇ ਇੱਕ ਬਹੁਮਤ ਦੀ ਸਰਕਾਰ ਹੁੰਦੀ ਹੈ ਤੇ ਉਹਦੇ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਆਪੋਜੀਸ਼ਨ ਪਾਰਟੀ ਯੂਨਾਈਟਿਡ ਹੋਵੇ ਤਾਂ ਕਿ ਉਹ ਸਰਕਾਰ ਦੀਆਂ ਗਲਤੀਆਂ ਨੂੰ ਨਕੇਲ ਪਾ ਸਕੇ। ਠੀਕ ਹੈ। ਮਗਰ ਅਸੀਂ ਬਦਕਿਸਮਤੀ ਇਹ ਵੇ ਕਿ ਇਹ ਦੇਖ ਰਹੇ ਹਾਂ ਕਿ ਹਾਲਾਂਕਿ ਰੋਜ਼ ਅਖਬਾਰਾਂ 'ਚ ਅਸੀਂ ਆਪੋਜੀਸ਼ਨ ਯੂਨਿਟੀ ਦੀ ਗੱਲ ਕਰਨੇ ਆ, ਮਗਰ ਆਪੋਜੀਸ਼ਨ ਯੂਨਿਟੀ ਦਾ ਜਿਹੜਾ ਆਧਾਰ ਹੈ ਉਹ ਅਲਟੀਮੇਟਲੀ 5-7-10 ਨੇਤਾਵਾਂ ਦੀ ਮਹੱਤਵਾਕਾਂक्षा ਦੇ ਉੱਪਰ ਜਾ ਕੇ ਟਿਕਿਆ ਰਹਿੰਦਾ ਹੈ। ਬੁਨਿਆਦੀ ਔਰ ਆਈਡੀਓਲੋਜੀਕਲ ਯੂਨਿਟੀ ਜਿਹੜੀ ਹੈ ਉਹ
ਪੂਰੀ ਤਰ੍ਹਾਂ ਦੇ ਨਾਲ ਬਣ ਨਹੀਂ ਪਾ ਰਹੀ। ਔਰ ਉਹਦਾ ਕਾਰਨ ਹੈ ਵੇ, ਉਹਦਾ ਇੱਕ ਮੁੱਖ ਕਾਰਨ ਹੈ ਵੇ ਕਿ ਜੋ ਅਸੀਂ ਲੋਕ ਕਦੀ ਕਦੀ ਭੁੱਲ ਜਾਂਦੇ ਹਾਂ, ਦੇਸ਼ ਦਾ ਅਹਿਸਾਸ ਬਿਲਕੁਲ ਧਰਮ ਨਿਰਪੱਖ ਹੈ, ਦੇਸ਼ ਦਾ ਅਹਿਸਾਸ ਉਦਾਰਵਾਦੀ ਹੈ, ਮਗਰ ਆਈਡੀਓਲੋਜੀਕਲ ਡਿਵਾਈਡ ਜਿਹੜੀ ਵਿਚਾਰਾਤਮਕ ਡਿਵਾਈਡਸ ਨੇ ਇਹ ਹਲਕੇ ਹਲਕੇ ਥਿਨ ਹੋ ਰਹੀਆਂ ਨੇ, ਇੱਕ ਹਲਕੇ ਹਲਕੇ ਗੁੰਮ ਹੋ ਰਹੀਆਂ ਨੇ। ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਮੋਦੀ ਸਰਕਾਰ ਨੇ ਸੋਸ਼ਲ ਔਰ ਆਰਥਿਕ ਹਰ ਉਹ ਨੀਤੀ ਅਪਣਾਈ ਜਿਹੜੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰਾਂ ਨੇ ਅਪਣਾਈ। ਇਸ ਕਰਕੇ ਆਈਡੀਓਲੋਜੀਕਲ ਡਿਵਾਈਡ ਥਿਨ ਹੋ ਰਹੀ ਹੈ। ਹੁਣ ਨੇਤਰਤਵ ਦੀ ਗੱਲ ਹੈ, ਲੋਕ ਇੱਕ ਇਹੋ ਜਿਹਾ ਨੇਤਰਤਵ ਲੱਭਦੇ ਪਏ ਨੇ ਜਿਹੜਾ ਦੇਸ਼ ਦੀ ਮਰਿਆਦਾ, ਦੇਸ਼ ਦੇ ਅਹਿਸਾਸ ਔਰ ਦੇਸ਼ ਦਾ ਜਿਹੜੀ ਆਤਮਾ ਹੈ ਉਹਨੂੰ ਪਰਿਭਾਸ਼ਿਤ ਕਰ ਸਕੇ। ਇਹ ਇੱਕ ਮੁੱਖ ਚੁਣੌਤੀ ਹੈ। ਹੁਣ ਕੌਣ ਅਜਿਹਾ ਨੇਤਾ ਨਿਕਲੇਗਾ? ਐਸੇ ਕਰਕੇ ਮੈਂ ਅਲਾਮਾ ਇਕਬਾਲ ਦਾ ਸ਼ੇਰ ਪੜ੍ਹਿਆ ਸੀ ਕਿ ਅੱਜ ਦੇਸ਼ ਨੂੰ ਉਸ ਤਰ੍ਹਾਂ ਦੇ ਨੇਤਾਵਾਂ ਦੀ ਲੋੜ ਹੈ ਜਿਸ ਨੇਤਾ ਦੇ ਵਿੱਚ ਸਾਰੇ ਦੇਸ਼ਵਾਸੀ ਯਕੀਨ ਰੱਖ ਸਕਣ। ਅਸ਼ਵਨੀ ਕੁਮਾਰ ਜੀ, ਇਸ ਵੇਲੇ ਦੇਸ਼ ਦੇ ਲੋਕ ਜਿਹੜੇ ਆ, ਖਾਸ ਕਰਕੇ ਦੇਸ਼ ਦੇ ਜਿਹੜੇ ਧਰਮ ਨਿਰਪੱਖਤਾ ਨਾਲ ਪ੍ਰਤੀਬੱਧਤਾ ਰੱਖਣ ਵਾਲੇ ਬੁੱਧੀਜੀਵੀ ਆ, ਉਹ ਕਾਂਗਰਸ ਵੱਲ ਦੇਖ ਰਹੇ ਆ ਕਿ ਕਾਂਗਰਸ ਜਿਹੜੀ ਅਗਵਾਈ ਕਰੇ, ਖੇਤਰੀ ਪਾਰਟੀਆਂ ਨੂੰ ਨਾਲ ਲਵੇ, ਤੇ ਇਸ ਤਰ੍ਹਾਂ ਦਾ ਜਿਹੜੀ ਤਾਨਾਸ਼ਾਹੀ ਜਾਂ ਨਿਰੰਕੁਸ਼ਵਾਦ ਜਿਹੜਾ ਉੱਭਰ ਰਿਹਾ ਇਹਦੇ ਤੇ ਲਗਾਮ ਲਾਉਣ ਲਈ ਅੱਗੇ ਮੈਦਾਨ 'ਚ ਕਾਂਗਰਸ ਆਵੇ, ਦੂਜੀਆਂ ਪਾਰਟੀਆਂ ਦੀ ਅਗਵਾਈ ਕਰੇ, ਖੇਤਰੀ ਪਾਰਟੀਆਂ ਨੂੰ ਖਾਸ ਕਰਕੇ ਨਾਲ ਲਵੇ। ਕੀ ਕਾਂਗਰਸ ਆਉਣ ਵਾਲੇ ਸਮੇਂ 'ਚ ਇਹ ਰੋਲ ਨਿਭਾਉਣ ਦੇ ਸਮਰੱਥ ਹੋਏਗੀ? ਮੈਂ ਸਮਝਦਾ ਕਿ ਕਾਂਗਰਸ ਨੂੰ ਆਪਣੇ ਆਪ ਨੂੰ ਇਸ ਕਾਬਿਲ ਬਣਾਉਣਾ ਪਏਗਾ ਕਿ ਉਹ ਇੱਕ ਵਾਰ ਫਿਰ ਦੇਸ਼ ਦੇ ਵਿੱਚ ਉਹਨਾਂ ਤਾਕਤਾਂ ਦਾ ਨੇਤਰਤਵ ਕਰ ਸਕੇ ਜੋ ਦੇਸ਼ ਦੇ ਅਹਿਸਾਸ ਨੂੰ ਭਲੀ ਭਾਂਤੀ ਪਰਿਭਾਸ਼ਿਤ ਕਰਦੀਆਂ ਨੇ। ਮਗਰ ਇਹਦੇ ਲਈ ਕਾਂਗਰਸ ਨੂੰ ਬਹੁਤ ਕੁਝ ਕਰਨਾ ਪਏਗਾ। ਅਸੀਂ ਹਾਲਾਤ ਪਿਛਲੇ ਦਿਨਾਂ 'ਚ ਬਹੁਤ ਸ਼ਾਨਦਾਰ ਜਿੱਤ ਕਾਂਗਰਸ ਪਾਰਟੀ ਦੀ ਪੰਜਾਬ ਵਿੱਚ ਦੇਖੀ, ਪਰ ਮੈਂ ਇਹ ਕਹਿਣਾ ਚਾਹਾਂਗਾ ਕਿ ਪੰਜਾਬ ਵਿੱਚ ਕਾਂਗਰਸ ਦੀ ਜਿੱਤ ਦਾ ਇੱਕ ਵੱਡਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਦੇ ਸਿਰ 'ਤੇ ਜਾਂਦਾ ਹੈ ਔਰ ਕਾਂਗਰਸ ਦੇ ਵਰਕਰਾਂ ਦੇ ਸਿਰ 'ਤੇ ਜਾਂਦਾ ਹੈ। ਔਰ ਕਾਂਗਰਸ ਲੀਡਰਸ਼ਿਪ ਨੇ ਇਹ ਸਿਆਣਪ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਹੀ ਸਮੇਂ ਦੇ ਉੱਪਰ ਪੰਜਾਬ ਕਾਂਗਰਸ ਦੀ ਕਮਾਨ ਦਿੱਤੀ। ਇਸੇ ਤਰ੍ਹਾਂ ਜੇ ਕਾਂਗਰਸ ਪਾਰਟੀ ਵੱਖ-ਵੱਖ ਸੂਬਿਆਂ 'ਚ ਖੇਤਰੀ ਆਗੂਆਂ ਨੂੰ ਮਜ਼ਬੂਤ ਕਰੇਗੀ ਤਾਂ ਕਾਂਗਰਸ ਜ਼ਰੂਰ ਸਸ਼ਕਤ ਹੋ ਸਕਦੀ ਹੈ। ਉਹਦੇ ਦੇ ਨਾਲ ਦੇਸ਼ ਦੀ ਰਾਜਨੀਤੀ ਇੱਕ ਵਾਰ ਫਿਰ ਮੋੜਾ ਲੈ ਸਕਦੀ ਹੈ। ਮਗਰ ਸਮੇਂ ਬਹੁਤ ਲੰਘ ਗਿਆ ਹੈ। ਕਾਂਗਰਸ ਪਾਰਟੀ ਨੂੰ ਬਹੁਤ ਜਲਦ ਕੁਛ ਨਾ ਕੁਛ ਕਰਨਾ ਪਏਗਾ। ਸੋਨੀਆ ਗਾਂਧੀ ਨੇ ਕਾਂਗਰਸ ਨੂੰ ਬਹੁਤ ਕੁਸ਼ਲ ਨੇਤਰਤਵ ਦਿੱਤਾ ਪਿਛਲੇ ਕਈ ਸਾਲਾਂ 'ਚ। ਹੁਣ ਇਹ ਜ਼ਰੂਰੀ ਹੈ ਕਿ ਰਾਹੁਲ ਗਾਂਧੀ ਆਪਣੇ ਨੇਤਰਤਵ ਨੂੰ ਸਾਬਤ ਕਰਨ। ਲੋਕ ਇਹ ਉਮੀਦ ਕਰਦੇ ਨੇ, ਪਰ ਅੱਗੇ ਭਵਿੱਖ ਵਿੱਚ ਕੀ ਹੋਏਗਾ। ਰਾਹੁਲ ਗਾਂਧੀ ਵੀ ਹੋਰ ਵੀ ਜਿਹੜੇ ਨੌਜਵਾਨ ਕਾਂਗਰਸੀ ਲੀਡਰ ਹੈ ਉਹਨਾਂ ਨੂੰ ਜ਼ਿਆਦਾ ਰੋਲ ਦਿੱਤਾ ਜਾਵੇ। ਜਿਸ ਤਰ੍ਹਾਂ ਮੈਂ ਕਿਹਾ, ਖੇਤਰੀ ਨੇਤਾਵਾਂ ਨੂੰ ਉਭਾਰਨਾ ਪਏਗਾ ਔਰ ਇੱਕ ਦੋ ਨੂੰ ਨਹੀਂ, ਕਈ ਖੇਤਰੀ ਨੇਤਾ ਜਿਸ ਤਰ੍ਹਾਂ ਪਹਿਲੇ ਕਾਂਗਰਸ ਦੇ ਹੁੰਦੇ ਸੀ ਵੱਖ-ਵੱਖ ਰਾਜਾਂ 'ਚ, ਉਹਨਾਂ ਨੂੰ ਉਭਾਰਨਾ ਪਏਗਾ। ਤੁਸੀਂ ਕੀ ਮਹਿਸੂਸ ਕਰਦੇ ਆ ਕਿ ਰਾਸ਼ਟਰਪਤੀ ਦੀ ਚੋਣ ਆ ਰਹੀ ਆ, ਉਹਦੇ 'ਚ ਵਿਰੋਧੀ ਪਾਰਟੀਆਂ ਕੋਈ ਸਾਂਝਾ ਉਮੀਦਵਾਰ ਖੜਾ ਕਰ ਸਕਣਗੀਆਂ? ਇਹ ਪੂਰੀ ਕੋਸ਼ਿਸ਼ ਹੋ ਰਹੀ ਹੈ ਔਰ ਇਹਦੇ 'ਚ ਬਹੁਤ ਗਹਿਨ ਚਰਚਾਵਾਂ ਹੋਈਆਂ ਨੇ, ਅੱਗੇ ਵੀ ਹੋਣਗੀਆਂ। ਔਰ ਮੈਨੂੰ ਯਕੀਨ ਹੈ ਕਿ ਇੱਕ ਯੂਨਾਈਟਿਡ ਕੈਂਡੀਡੇਟ ਜ਼ਰੂਰ ਆਏਗਾ। ਕੈਂਡੀਡੇਟ ਜਿੱਤੇ ਜਾਂ ਹਾਰੇ ਤੇ ਸਮੇਂ ਹੀ ਦੱਸੇਗਾ, ਪਰ ਇਹ ਸਾਰੀ ਹੀ ਵਿਰੋਧੀ ਪਾਰਟੀਆਂ ਦੀ ਭਰਪੂਰ ਕੋਸ਼ਿਸ਼ ਹੈ ਕਿ ਇੱਕ ਯੂਨਾਈਟਿਡ ਕੈਂਡੀਡੇਟ ਹੈ। ਅੱਛਾ ਜੀ, ਇੱਕ ਅਸ਼ਵਨੀ ਕੁਮਾਰ ਜੀ, 2019 ਦੀਆਂ ਚੋਣਾਂ 'ਚ ਵੀ ਜਿਹੜੇ 2 ਸਾਲ ਦੇ ਲਗਭਗ ਰਹਿ ਗਏ ਆ, ਕੀ ਤੁਸੀਂ ਆਸ ਕਰਦੇ ਆ ਜਾਂ ਸੋਚਦੇ ਆ ਕਿ ਵਿਰੋਧੀ ਪਾਰਟੀਆਂ ਦਾ ਕੋਈ ਗੱਠਜੋੜ ਜਿਹੜਾ ਉਦੋਂ ਤੱਕ ਉੱਭਰ ਆਏਗਾ, ਜਾਂ ਜਿਹੜਾ ਹੁਣ ਤੋਂ ਹੀ ਵਿਰੋਧੀ ਪਾਰਟੀਆਂ ਵੱਖ-ਵੱਖ ਮੁੱਦੇ ਜਿਹੜੇ ਜਮਹੂਰੀਅਤ ਦੇ ਮੁੱਦੇ ਆ, ਧਰਮ ਨਿਰਪੱਖਤਾ ਦੇ ਮੁੱਦੇ ਆ, ਘੱਟ ਗਿਣਤੀਆਂ ਦੇ ਅਧਿਕਾਰਾਂ ਦੇ ਮੁੱਦੇ ਆ, ਇਹਨੂੰ ਲੈ ਕੇ ਕੋਈ ਸਾਂਝੀ ਜਦੋਜਹਿਦ ਸ਼ੁਰੂ ਕਰਨਗੀਆਂ, ਜਾਂ ਆਉਣ ਵਾਲੇ ਸਮੇਂ 'ਚ 2019 ਤੋਂ ਪਹਿਲਾਂ ਕੋਈ ਰਾਜਨੀਤਿਕ ਫਰੰਟ ਜਿਹੜਾ ਉਹ ਬਣਾਉਣ ਦੇ ਸਮਰੱਥ ਹੋਣਗੀਆਂ? ਇਸ ਤਰ੍ਹਾਂ ਦੀ ਤੁਹਾਨੂੰ ਕੋਈ ਆਸ ਲੱਗਦੀ ਹੈ ਇਸ ਸਮੇਂ? ਕੋਸ਼ਿਸ਼ ਤਾਂ ਹੋ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਜੇ ਵਿਰੋਧੀ ਪਾਰਟੀਆਂ ਨੇ ਆਪਣੀ ਅਹਿਮੀਅਤ ਜਾਂ ਆਪਣਾ ਸਥਾਨ ਦੇਸ਼ ਦੀ ਰਾਜਨੀਤੀ 'ਚ ਬਣਾ ਕੇ ਰੱਖਣਾ ਹੈ ਤੇ ਉਹਨਾਂ ਨੂੰ ਆਈਡੀਓਲੋਜੀਕਲ ਬੇਸਿਸ ਦੇ ਉੱਪਰ ਇਕੱਠਾ ਹੋਣਾ ਹੋਏਗਾ। ਪਰ ਇਸ ਲਈ ਇਹ ਅਨਿਵਾर्य ਹੈ, ਇਹ ਐਬਸੋਲੂਟਲੀ ਨੈਸੈਸਰੀ ਔਰ ਬਹੁਤ ਜ਼ਰੂਰੀ ਹੈ ਕਿ ਲੀਡਰ ਆਪਣੀ ਮਹੱਤਵਾਕਾਂक्षाਵਾਂ ਕੋਲੋਂ ਉੱਪਰ ਉੱਠ ਕਰ ਇੱਕ ਦੇਸ਼ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਇੱਕ ਵੱਡੇ ਪੈਮਾਨੇ ਦੇ ਉੱਤੇ ਵਿਰੋਧੀ ਦਲਾਂ ਦੀ ਇੱਕ ਯੂਨਿਟੀ ਨੂੰ ਕਾਇਮ ਕਰਨ। ਇਹਦੇ ਲਈ ਕੁਰਬਾਨੀ ਦੀ ਜ਼ਰੂਰਤ ਵੀ ਹੁੰਦੀ ਹੈ ਔਰ ਵੱਡਾ ਦਿਲ ਹੋਣਾ ਵੀ ਜ਼ਰੂਰੀ ਹੈ। ਇਹ ਦੇਖਣਾ ਹੋਵੇਗਾ ਕਿ ਅੱਗੇ ਕੀ ਹੁੰਦਾ। ਅੱਛਾ ਜੀ, ਹੁਣ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਹੈ, ਤੁਸੀਂ ਜ਼ਿਕਰ ਵੀ ਕੀਤਾ ਕਿ ਇਸ ਜਿੱਤ 'ਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ, ਰੋਲ ਹੈ,
ਪੰਜਾਬ ਦੀ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਹੜੀਆਂ ਦੋ ਚਾਰ ਤਰਜੀਹਾਂ ਜਿਹੜੀਆਂ ਉਹਨੂੰ ਅਪਣਾ ਕੇ ਪੰਜਾਬ ਦੇ ਲੋਕਾਂ ਦੀ ਉਹਨੂੰ ਸੇਵਾ ਕਰਨੀ ਚਾਹੀਦੀ ਹੈ? ਪੰਜਾਬ ਸਰਕਾਰ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਤਾਂ ਇੱਕੋ ਹੀ ਗੱਲ ਕਹਾਂਗਾ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਹੈ ਕਿ ਸਵੱਛ ਪ੍ਰਸ਼ਾਸਨ ਹੋਵੇ ਔਰ ਸਭ ਵਰਗਾਂ ਨੂੰ ਇਨਸਾਫ ਮਿਲੇ ਔਰ ਲੋਕ ਇਹ ਮਹਿਸੂਸ ਕਰਨ, ਭਾਵੇਂ ਉਹ ਕਮਜ਼ੋਰ ਵਰਗ ਦੇ ਹੋਣ, ਭਾਵੇਂ ਉਹ ਦੂਸਰੇ ਲੋਕ ਹੋਣ, ਕਿ ਪ੍ਰਸ਼ਾਸਨ ਵੱਲੋਂ ਕਿਸੇ ਨਾਲ ਧੱਕਾ ਨਹੀਂ ਹੋਵੇਗਾ ਔਰ ਕਿਸੇ ਦੇ ਨਾਲ ਗੈਰ ਇਨਸਾਫੀ ਨਹੀਂ ਕੀਤੀ ਜਾਏਗੀ। ਇਹ ਸਭ ਤੋਂ ਵੱਡੀ ਚੁਣੌਤੀ ਹੈ। ਪੰਜਾਬ ਦੇ ਵਿੱਚ ਇਨਵੈਸਟਮੈਂਟ ਲਿਆਉਣਾ ਬਹੁਤ ਜ਼ਰੂਰੀ ਹੈ। ਪੰਜਾਬ ਦਾ ਉਦਯੋਗੀਕਰਨ ਵੱਡੇ ਪੈਮਾਨੇ 'ਤੇ ਕਰਨਾ ਬਹੁਤ ਜ਼ਰੂਰੀ ਹੈ। ਖੇਤੀਬਾੜੀ ਦੇ ਨਾਂ ਦੇ ਸਾਰੇ ਇਕੱਲੇ ਪੰਜਾਬ ਦੀ ਹੁਣ ਤਰੱਕੀ ਨਹੀਂ ਹੋ ਸਕਦੀ, ਕਿਉਂਕਿ ਉਹਦਾ ਖੇਤੀਬਾੜੀ ਇੱਕ ਸੈਚੂਰੇਸ਼ਨ ਪੁਆਇੰਟ 'ਤੇ ਆ ਗਈ ਹੈ। ਔਰ ਅਮਰਿੰਦਰ ਸਿੰਘ ਨੇ ਹੁਣੇ ਪਿਛਲੇ ਦਿਨਾਂ ਬੰਬਈ ਜਾ ਕੇ ਵੱਡੇ ਇੰਡਸਟਰੀਸਟਾਂ ਨਾਲ ਗੱਲਬਾਤ ਕਰਕੇ ਇੱਕ ਪਹਿਲ ਕੀਤੀ ਹੈ ਤਾਂ ਕਿ ਵੱਡੇ ਪੈਮਾਨੇ ਦੇ ਉੱਤੇ ਇਨਵੈਸਟਮੈਂਟ ਆਵੇ। ਮਗਰ ਇਨਵੈਸਟਮੈਂਟ ਕੇਵਲ ਔਰ ਕੇਵਲ ਤਾਂ ਹੀ ਪੰਜਾਬ ਵਿੱਚ ਆਏਗੀ ਜੇ ਅਸੀਂ ਉਹਨਾਂ ਨੂੰ ਸਵੱਛ ਪ੍ਰਸ਼ਾਸਨ ਗਾਰੰਟੀ ਕਰ ਸਕਾਂਗੇ। ਔਰ ਪੁਲਿਸ ਦਾ ਜਿਹੜਾ ਪੋਲੀਟੀਸਾਈਜੇਸ਼ਨ ਹੋਇਆ ਪਿਛਲੇ ਦਿਨਾਂ 'ਚ, ਉਹ ਅਮਰਿੰਦਰ ਸਰਕਾਰ ਜੇ ਖਤਮ ਕਰੇਗੀ, ਜਿਸ ਤਰ੍ਹਾਂ ਕਿ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਹੈ, ਮੈਂ ਸਮਝਦਾ ਤਾਂ ਲੋਕਾਂ ਦੇ ਮਨ ਵਿੱਚ ਪੰਜਾਬ ਦੇ ਪ੍ਰਤੀ ਇੱਕ ਚੰਗੀ ਭਾਵਨਾ ਪੈਦਾ ਹੋਏਗੀ। ਔਰ ਅਖੀਰਲਾ ਕੰਮ ਜਿਹੜਾ ਮੈਂ ਸਮਝਦਾ ਬਹੁਤ ਜ਼ਰੂਰੀ ਹੈ ਔਰ ਵੱਡੇ ਪੈਮਾਨੇ 'ਤੇ ਹੋਣਾ ਚਾਹੀਦਾ ਹੈ, ਉਹ ਇਹ ਹੈ ਕਿ ਸਾਡੀ ਜਿਹੜੀ ਸਿੱਖਿਆ ਨੀਤੀ ਹੈ, ਸਾਡੇ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਕਿਉਂ ਨਹੀਂ ਮਿਲਦੀਆਂ? ਕਿਉਂਕਿ ਅੰਗਰੇਜ਼ੀ ਦੇ ਵਿੱਚ ਉਹਨਾਂ ਦੀ ਉਹ ਕਾਬਲੀਅਤ ਨਹੀਂ ਹੈ ਜੋ ਹੋਣੀ ਚਾਹੀਦੀ ਹੈ। ਵੱਡੀ ਕੰਪਨੀਆਂ, ਪੰਜਾਬ ਤੋਂ ਬਾਹਰ ਵੀ ਨੌਕਰੀਆਂ ਤਾਂ ਹੀ ਮਿਲਣਗੀਆਂ ਜੇ ਸਾਡੀ ਸਿੱਖਿਆ ਨੀਤੀ ਨੂੰ ਅਸੀਂ ਇਸ ਤਰ੍ਹਾਂ ਟਾਲਾਂਗੇ ਕਿ ਪੰਜਾਬੀ ਜਿਹੜੀ ਸਾਡੀ ਮਾਤਰ ਭਾਸ਼ਾ ਹੈ ਉਸ ਤੋਂ ਉਹਦੇ ਨਾਲ ਅੰਗਰੇਜ਼ੀ ਵਿੱਚ ਵੀ ਸਾਡੇ ਬੱਚੇ ਗਾਹਾਂ ਵਧੂ ਹੋਣ। ਬਿਲਕੁਲ, ਇਹ ਬਹੁਤ ਜ਼ਰੂਰੀ ਹੈ ਔਰ ਇਹ ਮੈਂ ਸਮਝਦਾ ਮੁੱਖ ਏਜੰਡਾ ਹੋਣਾ ਚਾਹੀਦਾ ਹੈ ਅਮਰਿੰਦਰ ਸਿੰਘ ਸਰਕਾਰ ਦਾ। ਠੀਕ ਹੈ ਜੀ। ਅਸ਼ਵਨੀ ਕੁਮਾਰ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਦੇਸ਼ ਦੀ ਰਾਜਨੀਤੀ ਬਾਰੇ ਔਰ ਖਾਸ ਕਰਕੇ ਜਮਹੂਰੀਅਤ ਨੂੰ ਦਰਪੇਸ਼ ਚੁਣੌਤੀਆਂ ਬਾਰੇ, ਆਪਣੀ ਨਵੀਂ ਕਿਤਾਬ ਬਾਰੇ ਸਾਡੇ ਦਰਸ਼ਕਾਂ ਨੂੰ ਤੁਸੀਂ ਬੜੀ ਮਹੱਤਵਪੂਰਨ ਜਾਣਕਾਰੀ ਦਿੱਤੀ। ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ। ਪਿਆਰੇ ਦਰਸ਼ਕੋ, ਇਹ ਸਨ ਅਸ਼ਵਨੀ ਕੁਮਾਰ ਜੀ, ਜਿਨ੍ਹਾਂ ਨਾਲ ਅਸੀਂ ਦੇਸ਼ ਦੀ ਰਾਜਨੀਤੀ ਬਾਰੇ, ਜਮਹੂਰੀਅਤ ਬਾਰੇ, ਦੇਸ਼ ਦੀ ਧਰਮ ਨਿਰਪੱਖਤਾ ਬਾਰੇ ਗੱਲ ਕੀਤੀ ਹੈ ਅਤੇ ਪੰਜਾਬ ਸਰਕਾਰ ਦੀਆਂ ਸੰਭਾਵਿਤ ਤਰਜੀਹਾਂ ਬਾਰੇ ਗੱਲ ਕੀਤੀ ਹੈ। ਅਤੇ ਹੁਣ ਇਸ ਮੁਲਾਕਾਤ ਦਾ ਸਮਾਂ ਖਤਮ ਹੁੰਦਾ। ਅਗਲੀ ਵਾਰ ਕਿਸੇ ਹੋਰ ਅਹਿਮ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਂਗੇ। ਸ਼ੁਕਰੀਆ, ਧੰਨਵਾਦ।